नाम श्री वाहिगुरु साहिब जी। बहुत जन्म बिसरे थे माधो, यह जन्म तुम्हारे लेखे। कह रविदास आस लग जीवो, चिर भयो दर्शन देखे। हर सो हीरा छाड़ कर करे आन की आस। ते नर दोजक जाहेंगे सत पाखे रविदास। हर सो हीरा छाड़ कर करे आन की आस। ते नर दोजक जाहेंगे सत पाखे रविदास। धन धन आद श्री गुरु ग्रंथ साहिब जी महाराज। चवर तखत छतर दे मालक पातशाह जी दी पावन पवित्र हजूरी अंदर जुड़ बैठे गुरु प्यारे गुरु सवारे सतसंगी जनों। आओ मन बिरतियां एकाग्र करके सतगुरु जी दे पावन पवित्र चरण कमलां पास अपनी हाजरी लगवाइए। गज के फतेह बुलाओ। वाहिगुरु जी का खालसा वाहिगुरु जी की फतेह। धन धन सतगुरु श्री गुरु रविदास महाराज, जिन्हां ने उस परमात्मा दे बंदगी कीती, मन करके उस परमात्मा दे विच अभेद हो गए। ते जदों गुरु दे प्यार वाले सुरत सतगुरु श्री गुरु रविदास महाराज जी दी उस परमात्मा दे नाल जुड़ी, रब अते सतगुरु जी दे विच कोई अंतर नहीं रहा। एक रूप हो गए परमात्मा दा। ते मेरे पातशाह जी ने बड़े पावन पवित्र बचन आद श्री गुरु ग्रंथ साहिब जी महाराज पातशाह जी दी पावन पवित्र गुरबाणी दे विच सानू लिख के दिते ने। पातशाह जी आखदे हन कि तो ही मोही मोही तो ही अंतर कैसा। कनक कटक जल तरंग जैसा, जो पै हम ना पाप करंता अहे अनंता। पतत पावन नाम कैसे हुंता। तो ही मोही मोही तो ही अंतर कैसा। भगत रविदास जी उस परमात्मा दे नाल गल्लां करदे ने, रब दे नाल, और ये बचन उचारदे हन कि हे वाहिगुरु हे रब जी, तेरे अते मेरे विच अते तेरे विच कोई अंतर नहीं। तो ही मोही तो ही अंतर कैसा। कनक कटक जल तरंग जैसा। जिस तरह सोने दे विच और सोने दे बनाए हुए गहणियां दे विच कोई अंतर नहीं, उस सोने दे विचों कड़ा बन जावे, होर धातां बन जाण, ते गुरु दे प्यारिओ जदों सोने ते उहदे बनाए हुए गहणियां दे विच कोई अंतर नहीं, ते पातशाह जी दे बचन हन कि भगत रविदास जी अते उस परमात्मा दे विच कोई अंतर नहीं, एक रूप हो गए हन। परमात्मा दा एक रूप हन, क्योंकि मन करके भगत रविदास जी ने उस अकाल पुरख परमेश्वर दा नाम सिमरन कीता है।
ਸਵਾਸ ਸਵਾਸ ਉਸ ਪਰਮਾਤਮਾ ਨੂੰ ਯਾਦ ਕੀਤਾ ਏ। ਤੇ ਗੁਰੂ ਦੇ ਪਿਆਰ ਵਾਲਿਓ, ਜਦੋਂ ਕੋਈ ਮਨ ਕਰਕੇ ਉਸ ਪਰਮਾਤਮਾ ਨੂੰ ਯਾਦ ਕਰੇ ਨਾ, ਤਾਂ ਸਤਿਗੁਰੂ ਜੀ ਆਪ ਕਿਰਪਾ ਕਰ ਦਿੰਦੇ ਨੇ। ਨਾਮ ਜਪਣ ਵਾਲੇ ਦੇ ਵਿੱਚ ਅਭੇਦ ਹੋ ਜਾਂਦੇ ਹਨ। ਤੇ ਇੱਥੇ ਫਿਰ ਮੇਰੇ ਪਾਤਸ਼ਾਹ ਜੀ ਦੇ ਇਹ ਪਾਵਨ ਬਚਨ ਆ ਜਾਂਦੇ ਨੇ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਜਦੋਂ ਨਾ ਇਹ ਪਾਵਨ ਪਵਿੱਤਰ ਬਚਨ ਭਗਤ ਰਵਿਦਾਸ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੇ, ਤਾਂ ਗੁਰੂ ਦੇ ਪਿਆਰ ਵਾਲਿਓ, ਇਸ ਸੰਸਾਰ ਦੇ ਵਿੱਚ ਰੌਲਾ ਪੈਣਾ ਸੁਭਾਵਿਕ ਸੀ। ਕਿਉਂਕਿ ਜੋ ਪੰਡਤ ਸਨ, ਬ੍ਰਾਹਮਣ ਸਨ, ਉੱਚੀਆਂ ਜਾਤਾਂ ਵਾਲੇ, ਉਹਨਾਂ ਨੂੰ ਮਾਣ ਸੀ ਇਸ ਗੱਲ ਦਾ ਕਿ ਪਰਮਾਤਮਾ ਦਾ ਨਾਮ ਉਹਨਾਂ ਸਮਿਆਂ ਦੇ ਵਿੱਚ ਸਿਰਫ ਅਸੀਂ ਲੈ ਸਕਦੇ ਹਾਂ। ਤੇ ਇਹ ਨੀਵੀਂ ਜਾਤ ਦੇ ਨੇ ਭਗਤ ਰਵਿਦਾਸ ਜੀ, ਇਹ ਪਰਮਾਤਮਾ ਦੀ ਉਸ ਵਾਹਿਗੁਰੂ ਦੀ ਬੰਦਗੀ ਨਹੀਂ ਕਰ ਸਕਦੇ, ਪਰਮਾਤਮਾ ਨੂੰ ਯਾਦ ਨਹੀਂ ਕਰ ਸਕਦੇ, ਉਸ ਪਰਮਾਤਮਾ ਦਾ ਸਿਮਰਨ ਨਹੀਂ ਕਰ ਸਕਦੇ। ਠਾਕੁਰਾਂ ਦੀ ਪੂਜਾ ਕਰਨੀ ਸਿਰਫ ਅਸੀਂ ਕਰ ਸਕਦੇ ਹਾਂ, ਭਗਤ ਰਵਿਦਾਸ ਜੀ ਨਹੀਂ ਕਰ ਸਕਦੇ। ਗੁਰੂ ਦੇ ਪਿਆਰਿਓ, ਇਤਿਹਾਸ ਦੱਸਦਾ ਹੈ ਕਿ ਭਗਤ ਰਵਿਦਾਸ ਜੀ ਆਪਣੀ ਨਿਤਾ ਪ੍ਰਤੀਕਾਰ ਕਰਦੇ ਨੇ, ਜੋੜੇ ਗੰਢਦੇ ਹਨ। ਪਰ ਗੁਰੂ ਦੇ ਪਿਆਰ ਵਾਲਿਓ, ਇਹ ਆਪਾਂ ਦੁਨਿਆਵੀ ਲੋਕ ਸਮਝਦੇ ਹਾਂ ਕਿ ਭਗਤ ਰਵਿਦਾਸ ਜੀ ਜੋੜੇ ਗੰਢਦੇ ਪਏ ਨੇ, ਪਰ ਸਾਨੂੰ ਦੁਨਿਆਵੀ ਲੋਕਾਂ ਨੂੰ, ਭੁੱਲੇ ਹੋਏ ਲੋਕਾਂ ਨੂੰ ਇਹ ਨਹੀਂ ਪਤਾ ਕਿ ਭਗਤ ਰਵਿਦਾਸ ਜੀ ਤਾਂ ਟੁੱਟੇ ਹੋਏ ਦਿਲਾਂ ਨੂੰ ਗੰਢਦੇ ਪਏ ਹਨ। ਉਸ ਪਰਮਾਤਮਾ ਦੇ ਨਾਲ ਸੁਰਤ ਜੁੜੀ ਏ, ਹੱਥ ਕਾਰ ਵੱਲ ਹਨ, ਸੁਰਤ ਉਸ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ। ਔਰ ਇਤਿਹਾਸ ਦੱਸਦਾ ਹੈ ਕਿ ਅਭੀਚ ਦਾ ਮੇਲਾ ਆਇਆ, ਤੇ ਇਸ ਮੇਲੇ ਦੇ ਉੱਪਰ ਪੰਡਤ ਗੰਗਾ ਤੇ ਇਸ਼ਨਾਨ ਕਰਨ ਵਾਸਤੇ, ਪੰਡਤਾਂ ਦਾ ਸੰਗ ਇਕੱਠਾ ਹੋ ਕੇ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਚੱਲਿਆ ਹੈ। ਜਦੋਂ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾ ਰਹੇ ਨੇ, ਤਾਂ ਇੱਕ ਪੰਡਤ ਦਾ ਜੋੜਾ ਪੈਰ ਦੇ ਵਿੱਚ ਟੁੱਟ ਜਾਂਦਾ ਏ। ਔਰ ਭਗਤ ਰਵਿਦਾਸ ਜੀ ਜੋੜੇ ਗੰਢਦੇ ਹਨ, ਸੁਰਤ ਉਸ ਪਰਮਾਤਮਾ ਦੇ ਨਾਲ ਜੁੜੀਏ। ਤੇ ਗੁਰੂ ਦੇ ਪਿਆਰ ਵਾਲਿਓ, ਜਦੋਂ ਇਹ ਪੰਡਤ ਆਇਆ ਭਗਤ ਰਵਿਦਾਸ ਜੀ ਦੇ ਕੋਲ, ਦੂਰ ਖਲੋ ਕੇ ਭਗਤ ਰਵਿਦਾਸ ਜੀ ਦੇ ਵੱਲ ਜੋੜਾ ਭੇਜਦਾ ਹੈ ਔਰ ਆਖਦਾ ਹੈ ਕਿ ਰਵਿਦਾਸ, ਮੇਰਾ ਨਾ ਇਹ ਜੋੜਾ ਗੰਢ ਦੇ। ਤੇ ਜਦੋਂ ਗੁਰੂ ਦੇ ਪਿਆਰ ਵਾਲਿਓ, ਕਿਉਂਕਿ ਭਗਤ ਰਵਿਦਾਸ ਜੀ ਉਸ ਪਰਮਾਤਮਾ ਦਾ ਰੂਪ ਨੇ, ਜੋਤ ਉਸ ਅਕਾਲ ਪੁਰਖ ਪਰਮੇਸ਼ਰ ਦੀ ਹੈ, ਜਦੋਂ ਉਸ ਪੰਡਤ ਨੇ ਜੋੜਾ ਦਿੱਤਾ, ਭਗਤ ਰਵਿਦਾਸ ਜੀ ਨੇ ਉਸ ਜੋੜੇ ਨੂੰ ਪਕੜਿਆ, ਬੜੇ ਪਿਆਰ ਦੇ ਨਾਲ ਗੰਢਿਆ। ਔਰ ਜਦੋਂ ਜੋੜੇ ਨੂੰ ਗੰਢਿਆ ਤੇ ਉਸ ਪੰਡਤ ਦੇ ਵੱਲ ਰੱਖ ਦਿੱਤਾ। ਤੇ ਗੁਰੂ ਦੇ ਪਿਆਰ ਵਾਲਿਓ, ਜਦੋਂ ਜੋੜਾ ਗੰਢ ਕੇ ਪੰਡਤ ਵੱਲ ਭੇਜਿਆ, ਤੇ ਇਤਿਹਾਸ ਦੱਸਦਾ ਹੈ ਕਿ ਪੰਡਤ ਆਖਦਾ ਹੈ ਕਿ ਰਵਿਦਾਸ, ਇਹਨਾਂ ਜੋੜੇ ਦੀ ਭੇਟਾ ਕਿੰਨੀ ਹੈ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਭਗਤ ਰਵਿਦਾਸ ਜੀ ਉਸ ਪਰਮਾਤਮਾ ਦਾ ਰੂਪ ਆਖਣ ਲੱਗੇ ਕਿ ਪੰਡਤ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਗਿਆਨੀ ਜੇ, ਸੰਗ ਚੱਲਿਆ ਹੈ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਨਾ ਗਿਆਨੀ ਹੋ, ਰੱਬ ਦੀਆਂ ਗੱਲਾਂ ਕਰਨ ਵਾਲੇ ਜੇ, ਤੁਸੀਂ ਕਿੱਥੇ ਜਾ ਰਹੇ ਹੋ। ਤੇ ਗੁਰੂ ਦੇ ਪਿਆਰ ਵਾਲਿਓ, ਉਹ ਪੰਡਤ ਆਖਣ ਲੱਗਾ ਕਿ ਅਸੀਂ ਨਾ ਗੰਗਾ ਤੇ ਇਸ਼ਨਾਨ ਕਰਨ ਚੱਲੇ ਹਾਂ, ਅਭੀਚ ਦਾ ਮੇਲਾ ਹੈ। ਭਗਤ ਰਵਿਦਾਸ ਜੀ ਆਖਣ ਲੱਗੇ ਕਿ ਤੁਸੀਂ ਰੱਬ ਦਾ ਨਾਮ ਜਪਣ ਵਾਲੇ ਜੇ, ਪਰਮਾਤਮਾ ਨੂੰ ਯਾਦ ਕਰਨ ਵਾਲੇ ਹੋ, ਗੰਗਾ ਤੇ ਇਸ਼ਨਾਨ ਕਰਨ ਚੱਲੇ ਹੋ, ਮੈਂ ਤੁਹਾਡੇ ਕੋਲੋਂ ਸੇਵਾ ਨਹੀਂ ਲੈਣੀ। ਤੁਸੀਂ ਇਸ ਤਰ੍ਹਾਂ ਕਰਿਓ
कि मेरा ना एक काम कर दियो। ते जदों गुरु के प्यार वाले भगत रविदास जी ने बचन आखे कि तुहाडे कोलों जोड़े की सेवा नहीं लैनी, मेरा एक काम कर दियो। ते ये सुभावक है कि जदों आपां काम दे बदले जदों आपां कोई काम करांगे तां उस नूं ये आखांगे कि तेरे कोलों सेवा नहीं लैनी, माया नहीं लैनी, मेरा ये काम कर देवीं। ते सुभावक है कि आपां उसदा काम जरूर करांगे। वो पंडित आखण लगा कि रविदास जी दसो तुहाडा की काम है। ते गुरु दे प्यार वाले भगत रविदास जी बड़े प्यार दे नाल अपनी रसना तो बचन उचारण कीते। आखण लगे पंडित जी तुसी ना गंगा ते चले जे इशनान करन वास्ते, ते एक मेरा काम करियो कि एक कौडी एक टका मेरा गंगा ते भेटा कर देना। ते नाल भगत रविदास जी ने अपनी रसना तो बचन उचारण कीते। आखण लगे पंडित जी ये मेरी मेहनत की कमाई है। जदों ना गंगा अपना हाथ बाहर कढ़ के मेरी भेटा स्वीकार करे तां ये मेरी सेवा ये एक टका गंगा नू देना है, भेटा करना है। तो जे गंगा ना प्रतख बाहर आवे भेटा लवे ते गंगा दे विच मेरे इस पैसे नू सुट के नहीं आउणा। इस गल का ख्याल रखना है कि गंगा मेरी भेटा नू आप स्वीकार करे। गुरु प्यारे जदों ये बचन भगत रविदास जी ने अपनी रसना तो कहे, बड़े प्यार वाले बचन ने, क्योंकि भावना है, प्यार है भगत रविदास जी दा, श्रद्धा है एक उस परमात्मा दे उपर। ते जदों ये बचन कहे पंडित हैरान हो गया कि मना लोग गंगा ते इशनान करन जांदे हन, उत्थे तां जदों लोग इशनान करते ने कोई सोने गहने भेटा कर देंदा है, गंगा दे विच माया भेटा करदा है। पर अज तक ये कदी नहीं होया कि गंगा ने आप आकर भेटा नूं स्वीकार किया होवे। ते गुरु दे प्यार वाले जदों ना भगत रविदास जी ने वो कसीरा पंडित वाल भेजिया, पंडित नूं दिता, ते मन दे विच ईरखा है क्योंकि भगत रविदास जी ने कसीरा दिता है, एक पैसा दिता है। ते उस पंडित ने कीता उस कसीरे नूं पकड़िया ते कोल ना गंगा जल सी, उस दे नाल उस कसीरे नूं धोता, इशनान कराया कसीरे दा, ते फिर अपने कोल रखिया। ये संग चलिया है गंगा ते इशनान करन वास्ते। ते गुरु दे प्यार वाले जदों ये ब्राह्मणां दा संग गंगा ते पहुंचदा है, इशनान करते ने, अपनी जो भेटा है सेवा है गंगा दे विच रखते ने। और ये पंडित ये संग जदों इशनान करके वापस मुड़न लगा ते पंडित दे मन दे विच ख्याल आया कि मना उसे रस्ते दे अगे लंघना है जिथे भगत रविदास जी रहिंदे ने। ते भगत रविदास जी ने ना अपनी भेटा दिती एक कसीरा, ये ना गंगा ते भेटा करना है। मन दे विच जदों ख्याल आया अपने साथियां नूं आखण लगा कि तुसी चलो ते मैं ये भगत रविदास जी दा जो कसीरा है, जो भेटा है ना, गंगा ते भेटा कर आवां। गुरु प्यारी साध संगत जी ओ पंडित दोबारा फिर गंगा ते चलिया गया ते गंगा दे किनारे ते खलोकर आखण लगा कि गंगा मैया, ऐ गंगा मैया, तेरा ना कोई भगत है रविदास, उसने ना ये भेटा भेजी है। ते जदों ना ये बचन कहे गुरु प्यारी साध संगत जी, ते क्योंकि जदों भगत उस परमात्मा नूं पा लैंदे ने, सिमरन करके बंदगी करके भगत रविदास जी ने उस परमात्मा नूं पाया है।
ताही ताए बचन कह दिते सन के तो ही मोही तो ही अंतर कैसा, कनक कटक जल तरंग जैसा। ये बचन कहने गुरु दे प्यार वालों एवे नहीं। जे भगत रविदास जी ने बचन कहे ने ता उस परमात्मा ने अपार कृपा कीती है भगत रविदास जी दे उपर। जदों पंडित ने आख्या कि ए गंगा मैया तेरा ना भगत है रविदास, उन्हें ना सेवा भेजी है एक कसीरा, जे ते तुसी आप परतख आके इस भेटा नू लवोगे ते ठीक है, नहीं ते फिर मैं वापस चले जाना है। जदों ये बचन कहे ना ते गुरु दे प्यारिओ पंडित खलोता है गंगा दे किनारे ते गंगा दे विचों परतख हथ बाहर आया ते गुरु प्यारी साध संगत जी गंगा ने आकर आख्या पंडित नू के पंडित जी लियाओ मेरे भगत दी प्रेम भेटा। जदों ना पंडित ने देखिया एकदम हैरान रह गया कि मना अज तक गंगा दे ऊपर बड़ी बार इशनान करन आए हैं, बड़ियां भेटा कीतियां ने गंगा ते, लखां लोक धन दौलत सोना गहने आदक भेटा करते ने गंगा ते, पर अज तक कदे भी किसी दी ए भेटा गंगा ने आप बाहर आन के नहीं लई। जदों मन दे विच ए सोचिया ते गुरु प्यारी साध संगत जी पंडित ना हैरान हो गया। पंडित ने वो भेटा भगत रविदास जी दी गंगा दे हथ फड़ा दिती ते गंगा ना फिर वो हथ जल दे विच चलिया जांदा है। जदों फिर बाहर आउंदा है गंगा बाहर आउंदी है ना परतख रूप दे विच ते पंडित नूं आखण लगी कि पंडित जी आ ना एक कंगन है, बड़ा सोहना कंगन, हीरे मोतियां जड़िया होया कंगन, ये ना मेरे भगत जी नूं दे देना। जदों गुरु दे प्यार वालिओ पंडित ने वो कंगन गंगा दे कोलों लिया, गंगा फिर अभेद हो गई जल दे विच ते गुरु दे प्यार वालिओ पंडित ने जदों वो कंगन देखिया हीरे मोतियां जड़िया होया सुनहरी कंगन जदों देखिया ना तां पंडित दे मन दे विच लालच आ गया। जदों लालच आया ते इतिहास दसदा है कि पंडित ने अपना रस्ता ही बदल लिया, क्योंकि लालच बड़ा माड़ा है। ते मेरे पातशाह जी ने ना पावन पवित्र गुरबाणी दे विच बड़े प्यारे बचन सानू लिख के दिते हन। लोभी का विसाह न कीजै जे का पार वसाए, अंत काल तिथै तू है जिथे हाथ न पाए। कि ऐ जीव लोभी लालची बंदे दा कदे विसाह नहीं करना चाहिदा। एदा कोई पता नहीं कि इन्हें किथे इहदे मन दे विच लालच आ जाना है, लोभ आ जाना है ते अंत काल तिथे तूहे जिथे हाथ ना पाए। गुरु प्यारी साध संगत जी पंडित दे मन दे विच लालच आ गया, सुनहरी कंगन देखिया तां पंडित ने ना अपना रस्ता बदल लिया और जदों पंध मुका के पंडित अपने घर दे विच गया, अपनी घर वाली नूं ओह सोने दा कंगन दिखाया ते बड़ी खुश होई, क्योंकि ऐना सुनहरी कंगन, ऐना सुंदर सोने दा कंगन, हीरे मोती जड़िया होया अज तक कदी किसी ने देखिया ही नहीं सी। ते ना इदां दा कंगन कोई सुनियार ही घड़ सकदा सी। ते गुरु दे प्यारिओ जदों ना कंगन पंडित ने अपनी घर वाली नूं दिता, क्योंकि मन दे विच लालच है ते लालच ही बंदे दी मौत दा कारण बन जांदा है। ते गुरु दे प्यार वाले जदों ना मक्खी गुड़ दे उपर बैठ जावे ते ओ मक्खी दी मौत दा कारण बनदी है।
इस तरह ना तीन चोर उन्होंने रल के सलाह की कि आपां ना समा लगा के ते किते चोरी की जावे, जिथों आपां नूं चंगा धन दौलत आ जावे। किन्ने दिन विचारां करदे रहे ये तीन चोर, ते एक दिन इन्हां दे हत्थ दे विच समा लग्या। एक घर नूं इन्हां ने लुटिया, धन दौलत जदों लुटिया है ते गुरु दे प्यार वाले इन्हां तिन्नां चोरां ने की सलाह कीती कि आपां ते हुण धन दौलत लुट लिया है, इन्हां दी वंड बाद दे विच करदे हां, पहला ना कुछ खा पी लिया जावे। मन दे विच विचार कीती तिन्नां चोरां ने। ते जदों गल है कि जदों मन दे विच लोभ आ जावे, लालच आ जावे, ते इंसान दी मौत दा कारण बन जांदा है। इन्हां चोरां ने सलाह कीती कि इस धन दौलत नूं ना आपां बाद दे विच वंडदे हां, क्योंकि किन्ने दिन लग गए ने, रात लग गई है इस धन दौलत नूं चोरी करदियां होइयां। ते उन्हां चोरां ने सलाह कीती अते दो चोर शहर नूं चले गए कुछ छकण वास्ते, नाले आखदे हन कि कुछ लै आवांगे ते आपां इत्थे ना इकट्ठे बैठ के छक लवांगे। जो वो दो चोर शहर गए बाजार दे विच, ते एक नूं धन दौलत जो लुटिया सी उहदे कोल बिठा गए, क्योंकि लोभ है, लालच है। इन्हां दोवां चोरां ने बाजार दे विच जदों गए, खाण वास्ते पदार्थ लिया, भोजन छकना जो सी ना, जो भोजन सी उस नूं लिया, इकट्ठा कीता। ते इन्हां दोवां चोरां दे मन दे विच लालच आ गया। लालच की आखदे हन कि जेड़ा आपां ना इत्थे ही छक लैंदे हां दोवें जने, ते वो जो साथी बैठा है धन दौलत दी राखी उहदे वास्ते ना आपां लै चलदे हां, ते जेड़ा भोजन उहदे लई लैके जाना है उहदे विच आपां जहर पा दिंदे हां, ते जदों ये भोजन छकेगा ते वो मर जावेगा, ते उस धन दौलत दे आपां दोवें ना बराबर वंड लवांगे। ते गुरु दे प्यार वालिओ उन्हां चोरां ने उसे ही तरह कीता। दोवां ने ते आप उथे खा लिया, ते जो उस वास्ते भोजन लिया उहदे विच थोड़ी जी जहर मिला दिती, क्योंकि मन दे विच लालच है। ते मेरे पातशाह जी ने ते लिख के दिता है कि लोभी का विसाहा न कीजै, जे का पार वसाए। ते जो चोर धन दौलत दे कोल बैठा है लुटी हुई माया दे कोल, ओहदे मन दे विच भी इदां दे विकार चल रहे ने। वो आखदा है कि मना जे मैं ना इन्हां दोवां नूं मार दवां, जदों भोजन लैके आउणगे छकण वास्ते, ते जदों आपां भोजन छकांगे ते क्यों ना होवे कि मैं इन्हां दोवां नूं मार देवां, ते ये जो धन दौलत है मेरी इकल्ले दी हो जावेगी। गुरु दे प्यारिओ जदों वो दोवें चोर भोजन लैके आए उस वास्ते बड़े खुश हन कि यह भोजन छकेगा और छकदियां सार इसकी ना मौत हो जाएगी, ते धन दौलत आपां दोवें वंड लवांगे। वो चोर भी घात लगा के बैठा सी, दातर कोल सी, तिखा करके बैठा। जदों उन्हां दोवें चोर आए एक वार दे विच इन्हें की कीता कि उन्हां नूं जानों मुका दिता। वो दोवें चोर थां ते ढेरी हो गए, ते ये बड़ा खुश है कि हुण ना मैं इस धन दौलत दा इकल्ला मालक हां। ते गुरु दे प्यार वालिओ वो आखण लगा कि हुण ये सारी धन दौलत जो लुटिया होया माल है सारा मेरा है, ते जो ये भोजन लैके आए ने, पदार्थ लैके आए ने ना, मैं इन्हां नूं छक लवां। ते जदों वो भोजन नूं उस चोर ने छकिया, क्योंकि उहदे विच जहर मिलिया सी, उस नूं छकदियां सार उस चोर दी भी मौत हो गई। वो धन दौलत उत्थे ही पिया रहा,
क्योंकि लालच जदों मन दे विच आ जावे ते गुरु प्यारी साध संगत जी, ये लालच इन्ना माड़ा है कि अपनियां दा भी कतल करवा दिंदा है, अपनियां नूं भी मरवा दिंदा है। ये लोभ इन्ना माड़ा है। पंडित ने की कीता, वो कंगन अपनी घरवाली नूं पहना दिता और वो पंडित की घरवाली ने ना उस सोने के कंगन नूं, सुनहरी कंगन नूं जदों अपने हाथ दे विच पाया ते सुभावक है कि जदों ना आपां कोई सोने का गहना अपने हाथ दे विच, गल दे विच जां कन्नां च पाईए ते आपां नूं शौक हुंदा है कि दो चार जणियां नूं दिखा दिता जावे, दो चार शरीर इस नूं देखण ते वाह वाह करनगे, शोभा करनगे। ते गुरु दे प्यार वाले उस पंडित की घरवाली ने भी ना इसे ही तरह किया। आंड गवांड दो चार बीबियां माइयां नूं दिखाया, वो माइयां ने जदों देखिया हैरान रह गईयां कि इन्ना सुनहरी कंगन अज तक देखिया नहीं। ते गुरु दे प्यारे वो माइयां ना राजे दे दरबार दे विच राणी दे कोल सेवा करदियां सन। एक दिन की होया कि राणी दे कोल सेवा कर रहीआं ने राजे दे दरबार दे विच, ते राणी नूं आखण लगियां ओ माइयां के राणी के तेरे कोल भी कोई कंगन है, इहदे नालों ज्यादा सुनहरी, ज्यादा सोहना कंगन तां पंडित दी घरवाली ने अपने हाथ दे विच पाया होया है। ते गुरु दे प्यारे जदों ना राजे दी घरवाली राणी नूं पता लगा, दस्सिया माइयां ने, तां ओ राजे नूं आखण लगी कि राजन स्वामी मैनू भी ना ओही कंगन चाहिदा है जो पंडित दी घरवाली ने ना अपने हाथ दे विच पाया है। राजे ने की कीता कि अपने दरबार दे विच उस पंडित नूं बुला लिया और नाल आख्या कि वो कंगन भी लैके आवे जो उसकी घरवाली ने पाया है। ते गुरु दे प्यारिओ अपने जाल दे विच वो पंडित अपने आप ही फस गया। जदों जाल दे विच फसिया, अपने लालच दे विच फसिया ते मन दे विच विचारां करदा है कि मना हुण की होवेगा। जदों राजे दे दरबार दे विच गया ते पंडित नूं राजे ने आख्या कि पंडित जी वो कंगन जिहड़ा तुहाडी घरवाली ने पाया ने ना वो दिखाओ। ते वो जदों कंगन पंडित ने राजे नूं दिखाया, बड़ा सुनहरी कंगन, हीरे मोतियां जड़िया होया कंगन जदों राजे ने देखिया, राणी ने देखिया ते ओ कंगन पंडित दे कोलों जदों लिया ते राजा आखण लगा कि पंडित जी इसे ही तरह दा कंगन तुसी ना एक होर बनवा के दिओ जिस सुनियारे दे कोलों तुसी ये ना कंगन तैयार करवाया है। जिन्ने मर्जी पैसे लग जान, टके लग जान, वो दे दिते जाणगे ते इहो जिहा ही हू बहु कंगन तैयार करके सुनियारे दे कोलों लैके आओ। ते गुरु दे प्यार वाले वो पंडित सुनियारे दे कोल ते तां जावे कि जे किसी सुनियारे दे कोलों बनवाया होया है। वो कंगन तां उस अकाल पुरख परमेश्वर ने आप बना के अपने भगत दी सेवा वास्ते भेजिया सी, पर ये पंडित लालच दे वस हो के अपने ही लालच दे विच फस गया। गुरु प्यारे जदों राजे ने आख्या कि इहो जिहा कंगन होर चाहिदा है ते पंडित गया भगत रविदास जी दे कोल। भगत रविदास जी कार करते हैं ते सुरत उस परमात्मा दे नाल जुड़ी हुई है, क्योंकि भगत रविदास जी जानते ने कि घट घट के अंतर की जानत, भले बुरे की पीर पछानत। जदों ना पंडित भगत रविदास जी दे कोल गया और जाकर आखन लगा भगत रविदास जी नूं कि रविदास जी मैनू ना
ਉਹ ਕਸੀਰਾ ਟਕਾ ਹੋਰ ਦੇਵੋ ਤੇ ਮੈਂ ਨਾ ਉਹ ਭੇਟਾ ਦੇ ਕੇ ਗੰਗਾ ਤੇ ਜਾਣਾ ਹੈ ਤੇ ਉੱਥੋਂ ਨਾ ਉਹ ਕੰਗਣ ਉਸੇ ਤਰ੍ਹਾਂ ਦਾ ਹੋਰ ਲੈ ਕੇ ਆਉਣਾ ਹੈ, ਕਿਉਂਕਿ ਜਦੋਂ ਤੁਸੀਂ ਮੈਨੂੰ ਭੇਟਾ ਦਿੱਤੀ ਸੀ ਤਾਂ ਗੰਗਾ ਮਈਆ ਨੇ ਪ੍ਰਤੱਖ ਆਪ ਤੁਹਾਡੀ ਭੇਟਾ ਨੂੰ ਲਿਆ ਸੀ। ਤੇ ਗੰਗਾ ਮਈਆ ਨੇ ਨਾ ਬੜੇ ਪਿਆਰ ਦੇ ਨਾਲ ਇੱਕ ਸੋਨੇ ਦਾ ਕੰਗਣ ਦਿੱਤਾ ਸੀ ਤੇ ਉਹ ਮੈਂ ਲਾਲਚ ਵਸ ਹੋ ਕੇ ਆਪਣੇ ਕੋਲ ਰੱਖ ਲਿਆ ਤੇ ਉਹ ਕੰਗਣ ਨਾ ਹੁਣ ਰਾਜੇ ਦੇ ਕੋਲ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਪੰਡਤ ਜਦੋਂ ਇਹ ਗੱਲ ਭਗਤ ਰਵਿਦਾਸ ਜੀ ਨੂੰ ਆਖੀ ਤੇ ਮੇਰੇ ਭਗਤ ਰਵਿਦਾਸ ਜੀ ਆਖਣ ਲੱਗੇ, ਆਪਣੀ ਰਸਨਾ ਤੋਂ ਆਖਦੇ ਨੇ ਕਿ ਪੰਡਤ ਜੀ ਹੁਣ ਨਾ ਗੰਗਾ ਤੇ ਜਾਣ ਦੀ ਲੋੜ ਨਹੀਂ, ਤੁਹਾਨੂੰ ਨਾ ਕੰਗਣ ਇੱਥੇ ਹੀ ਦੇ ਦਿੰਦੇ ਹਾਂ। ਔਰ ਜਿਸ ਕੁੰਡੇ ਦੇ ਵਿੱਚ, ਜਿਸ ਬਰਤਨ ਦੇ ਵਿੱਚ ਛਿਪਰਾਂ ਭਿੱਜੀਆਂ ਹੁੰਦੀਆਂ ਨੇ, ਜਦੋਂ ਨਾ ਭਗਤ ਰਵਿਦਾਸ ਜੀ ਨੇ ਆਖਿਆ ਕਿ ਪੰਡਤ ਜੀ ਇਸ ਦੇ ਵਿੱਚੋਂ ਨਾ ਇੱਕ ਕੰਗਣ ਹੋਰ ਲੈ ਲਵੋ, ਜਦੋਂ ਪੰਡਤ ਨੇ ਉਸ ਬਰਤਨ ਦੇ ਵਿੱਚ, ਉਸ ਮਿੱਟੀ ਦੇ ਭਾਂਡੇ ਦੇ ਵਿੱਚ ਦੇਖਿਆ ਤੇ ਗੁਰੂ ਦੇ ਪਿਆਰ ਵਾਲਿਓ ਕੰਗਣ ਹੀ ਕੰਗਣ ਨਜ਼ਰ ਆਏ ਤੇ ਭਗਤ ਰਵਿਦਾਸ ਜੀ ਦੇ ਚਰਨਾਂ ਦੇ ਉੱਪਰ ਪੰਡਤ ਡਿੱਗ ਪਿਆ, ਆਪਣੀਆਂ ਭੁੱਲਾਂ ਬਖਸ਼ਾਈਆਂ ਔਰ ਜਾਕਰ ਰਾਜੇ ਨੂੰ ਆਖਿਆ, ਸਾਰੀ ਘਟਨਾ ਦੱਸ ਦਿੱਤੀ ਕਿ ਇਸ ਤਰ੍ਹਾਂ ਮੈਂ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਗਿਆ ਸੀ ਤੇ ਭਗਤ ਰਵਿਦਾਸ ਜੀ ਨੇ ਇੱਕ ਕਸੀਰਾ ਦਿੱਤਾ ਸੀ, ਉਹ ਮੈਂ ਭੇਟਾ ਕੀਤਾ ਗੰਗਾ ਤੇ ਗੰਗਾ ਨੇ ਉਹ ਕੰਗਣ ਸੁਨਹਿਰੀ ਭਗਤ ਰਵਿਦਾਸ ਜੀ ਵਾਸਤੇ ਦਿੱਤਾ ਸੀ ਤੇ ਮੈਂ ਲਾਲਚ ਦੇ ਵਿੱਚ ਆ ਕੇ ਉਸ ਕੰਗਣ ਨੂੰ ਆਪਣੇ ਕੋਲ ਰੱਖ ਲਿਆ। ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਇਹ ਬਚਨ ਰਾਜੇ ਨੂੰ ਆਖੇ ਪੰਡਤ ਨੇ ਤੇ ਰਾਜਾ ਆਪਣੀ ਰਾਣੀ ਦੇ ਸਮੇਤ ਪੰਡਤ ਦੇ ਨਾਲ ਭਗਤ ਰਵਿਦਾਸ ਜੀ ਦੇ ਕੋਲ ਪਹੁੰਚਦਾ ਏ ਔਰ ਜਾਕਰ ਭਗਤ ਰਵਿਦਾਸ ਜੀ ਨੂੰ ਨਮਸਕਾਰਾਂ ਕਰਦਾ ਏ ਔਰ ਕੀ ਬਚਨ ਆਖਦਾ ਏ ਰਾਜਾ ਕਿ ਅਸੀਂ ਤਾਂ ਭੁੱਲੇ ਹੀ ਰਹਿ ਗਏ ਕਿ ਸਾਡੀ ਕਾਸ਼ੀ ਦੇ ਵਿੱਚ ਪਰਮਾਤਮਾ ਵਸਦਾ ਪਿਆ ਏ, ਸਾਨੂੰ ਪਤਾ ਹੀ ਨਹੀਂ ਲੱਗਿਆ ਭੁੱਲੇ ਹੋਏ ਲੋਕਾਂ ਨੂੰ ਕਿ ਸਾਡੀ ਕਾਸ਼ੀ ਦੇ ਵਿੱਚ ਰੱਬ ਆਪ ਆਇਆ ਏ। ਤੇ ਗੁਰੂ ਦੇ ਪਿਆਰਿਓ ਭਗਤ ਰਵਿਦਾਸ ਜੀ ਨੂੰ ਪੰਡਤ ਨੇ ਵੀ ਭਗਤ ਰਵਿਦਾਸ ਜੀ ਦੇ ਚਰਨਾਂ ਦੇ ਉੱਪਰ ਨਮਸਕਾਰ ਕੀਤੀ ਤੇ ਉਸ ਰਾਜੇ ਨੇ ਵੀ ਭਗਤ ਰਵਿਦਾਸ ਜੀ ਦੇ ਚਰਨਾਂ ਦੇ ਉੱਪਰ ਨਮਸਕਾਰ ਕੀਤੇ। ਜਦੋਂ ਨਮਸਕਾਰਾਂ ਕਰਦੇ ਨੇ ਤਾਂ ਭਗਤ ਰਵਿਦਾਸ ਜੀ ਨਾ ਮਨ ਦੇ ਵਿੱਚ ਵਿਚਾਰਾਂ ਕਰਦੇ ਹਨ ਕਿ ਮਨਾ ਕਿਉਂਕਿ ਸੁਰਤ ਉਸ ਪਰਮਾਤਮਾ ਦੇ ਨਾਲ ਜੁੜੀ ਹੈ ਤੇ ਜਦੋਂ ਗੁਰੂ ਪਿਆਰਿਓ ਮਨ ਕਰਕੇ ਆਪਾਂ ਪਰਮਾਤਮਾ ਦੇ ਨਾਲ ਗੱਲਾਂ ਕਰਦੇ ਹਨ, ਰੱਬ ਦੇ ਨਾਲ, ਤੇ ਉਹ ਸਤਿਗੁਰੂ ਜੀ ਵੀ ਸਾਡੇ ਨਾਲ ਗੱਲਾਂ ਕਰਦੇ ਹਨ, ਕਿਉਂਕਿ ਸਾਡੀ ਭਾਵਨਾ ਹੋਵੇ ਕਿ ਅਸੀਂ ਪਰਮਾਤਮਾ ਦੇ ਨਾਲ, ਰੱਬ ਦੇ ਨਾਲ ਕਿਸ ਤਰ੍ਹਾਂ ਗੱਲਾਂ ਕਰਨੀਆਂ ਹਨ, ਸਾਨੂੰ ਜਾਚ ਨਹੀਂ। ਭਗਤ ਰਵਿਦਾਸ ਜੀ ਉਸ ਪਰਮਾਤਮਾ ਦੇ ਨਾਲ ਗੱਲਾਂ ਕਰਦੇ ਨੇ ਔਰ ਆਖਦੇ ਹਨ ਕਿ ਮਨਾ ਇਹ ਪੰਡਤ ਜੋ ਕੁਛ ਦਿਨ ਪਹਿਲਾਂ ਮੇਰੇ ਕੋਲ ਆਉਂਦਾ ਏ ਤੇ ਦੂਰੋਂ ਹੀ ਟਕਾ ਮੇਰੇ ਕੋਲੋਂ ਲੈ ਕੇ ਉਸ ਨੂੰ ਗੰਗਾ ਦੇ ਜਲ ਦੇ ਨਾਲ ਧੋ ਕੇ ਫਿਰ ਆਪਣੇ ਕੋਲ ਰੱਖਦਾ ਹੈ। ਤੇ ਹੇ ਵਾਹਿਗੁਰੂ ਪਰਮਾਤਮਾ, ਇਹ ਤੇਰੀ ਅਪਾਰ ਲੀਲਾ ਹੈ ਕਿ ਅੱਜ ਉਹ ਪੰਡਤ ਮੇਰੇ ਚਰਨਾਂ ਤੇ ਡਿੱਗ ਰਿਹਾ ਹੈ, ਮੈਨੂੰ ਨਮਸਕਾਰਾਂ ਕਰਦਾ ਪਿਆ ਏ ਤੇ ਕਾਸ਼ੀ ਦਾ ਰਾਜਾ ਔਰ ਰਾਣੀ ਵੀ ਨਮਸਕਾਰ ਕਰਦੇ ਪਏ ਹਨ। ਤੇ ਪਿਆਰ ਦੇ ਵਿੱਚ ਆ ਕੇ ਜਦੋਂ ਭਗਤ ਰਵਿਦਾਸ ਜੀ ਦੇ ਮਨ ਦੇ ਵਿੱਚ ਪਿਆਰ ਆਇਆ ਤੇ ਗੁਰੂ ਦੇ ਪਿਆਰਿਓ ਰਾਜੇ ਨੇ ਕੀ ਆਖਿਆ ਕਿ ਭਗਤ ਰਵਿਦਾਸ ਜੀ ਨੂੰ ਨਾ ਸੁੰਦਰ ਹਾਥੀ ਦੇ ਉੱਪਰ ਬਿਠਾਇਆ ਜਾਵੇ। ਬੜਾ ਮਾਣ ਸਤਿਕਾਰ ਕੀਤਾ ਭਗਤ ਰਵਿਦਾਸ ਜੀ ਦਾ, ਕਿਉਂਕਿ ਪ੍ਰਤੱਖ ਦਰਸ਼ਨ ਕੀਤੇ ਨੇ ਪਰਮਾਤਮਾ ਦੇ ਭਗਤ ਰਵਿਦਾਸ ਜੀ ਦੇ ਵਿੱਚ। ਤੇ ਭਗਤ ਰਵਿਦਾਸ ਜੀ ਨਾ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ, ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਔਰ
ਇਹ ਬਚਨ ਆਪਣੀ ਰਸਨਾ ਤੋਂ ਉਚਾਰਨ ਕਰਦੇ ਨੇ ਜੋ ਭਗਤ ਰਵਿਦਾਸ ਜੀ ਦੇ ਰਾਗ ਮਾਰੂ ਦੇ ਵਿੱਚ 1106 ਪਾਵਨ ਪਵਿੱਤਰ ਅੰਗ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਬੜੇ ਪਿਆਰੇ ਬੋਲ ਭਗਤ ਰਵਿਦਾਸ ਜੀ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ ਔਰ ਸ਼ੁਕਰਾਨਾ ਕਰਦੇ ਨੇ ਉਸ ਪਰਮਾਤਮਾ ਦਾ, ਉਸ ਅਕਾਲ ਪੁਰਖ ਪਰਮੇਸ਼ਰ ਦਾ, ਔਰ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ माथे छतर तरे। ऐसी लाल तुझ बिन कौन करे, गरीब निवाज गुसैया मेरा माथे छतर तरे। जाकी शोत जगत को लागे ता पर तू ही टरै, नीच है ऊंच करे मेरा गोबिंद काहू ते ना डरै। नाम देव कबीर तिलोचन सदना सैन तरै। कह रवदास सुनो रे संतो, हर जियो ते सबै सरै। कह रवदास सुनो रे संतो, हर जियो तै सबे सरै। प्यार दे विच भगत रविदास जी दे सारी संगत बड़े प्यार दे नाल आखिए कि ऐसी लाल तुझ बिन कौन करे, ऐसी लाल तुझ बिन कौन करे, गरीब निवाज गुसैया मेरा माथे छतर तरे। ऐसी लाल, ऐसी लाल, ऐसी लाल तुझ बिन कौन करे, गरीब निवाज गुसैया मेरा माथे छतर तरे। जदों ना गुरु दे प्यार वालिओ भगत रविदास जी दी जय जयकार होई काशी दे विच, और जय जयकार सारे संसार दे विच हो रही है भगत रविदास जी दी। जदों वडियाई सुनी भगत रविदास जी दी कि काशी दे विच रब आया है, आप परमात्मा आया है, तां गुरु दे प्यार वालिओ बड़ियां संगतां भगत रविदास जी दे दर्शनां वास्ते आईयां और भगत रविदास जी दे दर्शन कीते, मानो कि उस परमात्मा दे दर्शन होए। क्योंकि रब भगतां ने अपने वस दे विच कीता होया है, क्योंकि भगती कीती है ते भगती करके रब नूं भगतां ने अपने वस पा लिया है। ते जो फिर भगत आखदे ने ना अपनी रसना तो, तां ओ रब नूं परमात्मा नूं भी करना पैंदा है, क्योंकि भगत दा कहिया परमात्मा कदे मोड़दा नहीं। गुरु प्यारिओ काशी दे विच जय जयकार हो रही है, भगत रविदास जी दी संगतां दर्शन करदियां ने और जय जयकार बड़ी दूर दूर तक चली गई भगत रविदास जी दी। जदों वडियाई होई ना भगत रविदास जी दी, महिमा होई, तां चित्तौड़गढ़ दे राजे नूं भी पता लगा, उसनूं पता लगा कि काशी दे विच परमात्मा आप आया है भगत रविदास जी दे रूप दे विच। ते गुरु दे प्यार वाले जदों चित्तौड़गढ़ दे राजे नूं पता लगदा है ना, तां ओहदे मन दे विच भी इच्छा जागदी है कि मैं भी परमात्मा दे दर्शन करां, रब दे दर्शन करां ते मैनूं भी वो परमात्मा मिल जावे। वो राजा चलदा है चित्तौड़गढ़ तो भगत रविदास जी दे कोल, जिस वेले आ रहा है ना रस्ते दे विच,
ਤਾਂ ਮਨ ਦੇ ਵਿੱਚ ਸੋਚਦਾ ਹੈ ਕਿ ਜਿਸ ਭਗਤ ਰਵਿਦਾਸ ਜੀ ਦੀ ਵਡਿਆਈ ਹੋ ਰਹੀ ਹੈ ਨਾ, ਉਹਦੇ ਤਾਂ ਮੰਦਰ ਹੀ ਬੜੇ ਸੋਹਣੇ ਬਣੇ ਹੋਣਗੇ, ਬੜਾ ਸੋਹਣਾ ਘਰ ਬਣਿਆ ਹੋਵੇਗਾ। ਤੇ ਗੁਰੂ ਦੇ ਪਿਆਰ ਵਾਲਿਓ, ਇਦਾਂ ਦੀਆਂ ਵਿਚਾਰਾਂ ਕਰਦਾ ਹੈ ਕਿ ਉਸ ਦੇ ਕੋਲ ਤਾਂ ਸੇਵਾਦਾਰ ਵੀ ਬਹੁਤ ਹੋਣਗੇ। ਪਰ ਭਗਤ ਰਵਿਦਾਸ ਜੀ ਦੀ ਵਡਿਆਈ ਮਹਿਮਾ ਨੂੰ ਜਦੋਂ ਇਸ ਸੰਸਾਰ ਦੇ ਵਿੱਚ ਲੋਕਾਂ ਨੂੰ ਪਤਾ ਲੱਗਾ, ਤੇ ਪਿਆਰਿਓ ਇੱਕ ਗੱਲ ਚੇਤੇ ਰੱਖਿਓ ਕਿ ਭਗਤ ਰਵਿਦਾਸ ਜੀ ਦੇ ਮਨ ਦੇ ਵਿੱਚ ਹਉਮੈ ਨਹੀਂ ਆਈ। ਨੀਵੇਂ ਹੋ ਕੇ ਸੁਰਤ ਉਸ ਪਰਮਾਤਮਾ ਦੇ ਨਾਲ ਜੋੜ ਕੇ ਸ਼ੁਕਰਾਨਾ ਹੀ ਕਰ ਰਹੇ ਨੇ, ਪਰਮਾਤਮਾ ਇਹ ਵਡਿਆਈਆਂ ਵੀ ਤੂੰ ਹੀ ਬਖਸ਼ਣ ਵਾਲਾ ਹੈ, ਇਹ ਤੇਰੀਆਂ ਹੀ ਵਡਿਆਈਆਂ ਹਨ ਜੋ ਤੂੰ ਮੈਨੂੰ ਐਨੇ ਨਿਮਾਣੇ ਨੂੰ ਮਾਣ ਬਖਸ਼ਿਸ਼ ਕੀਤਾ ਹੈ। ਗੁਰੂ ਦੇ ਪਿਆਰਿਓ, ਜਦੋਂ ਰਾਜਾ ਨਾ ਚਿਤੌੜਗੜ੍ਹ ਤੋਂ ਚੱਲਿਆ, ਭਗਤ ਰਵਿਦਾਸ ਜੀ ਦੇ ਕੋਲ ਕਾਸ਼ੀ ਆਇਆ, ਜਿੱਥੇ ਭਗਤ ਰਵਿਦਾਸ ਜੀ ਰਹਿੰਦੇ ਨੇ। ਆਪਣੇ ਘਰ ਦੇ ਵਿੱਚ ਜੋ ਛੰਨ ਪਾਈ ਹੋਈ ਹੈ ਨਾ, ਉੱਥੇ ਰਹਿ ਰਹੇ ਹਨ। ਕਾਰ ਉਹੀ ਕਰਦੇ ਨੇ ਜੋ ਨਿਤਾ ਪ੍ਰਤੀ ਪਿਤਾ ਪੁਰਖੀ ਕਾਰ ਹੈ। ਇਹ ਨਹੀਂ ਕਿ ਬੜਾ ਮਾਣ ਮਿਲਿਆ ਏ, ਵਡਿਆਈ ਮਿਲੀ ਏ ਤੇ ਆਪਣੀ ਜੋ ਪਿਤਾ ਪੁਰਖੀ ਕਾਰ ਏ ਉਸ ਨੂੰ ਛੱਡ ਦਿੱਤਾ ਏ। ਕਾਰ ਉਹੀ ਕਰਦੇ ਹਨ, ਸੁਰਤ ਪਰਮਾਤਮਾ ਦੇ ਨਾਲ ਜੁੜੀ ਏ, ਛੰਨ ਦੇ ਵਿੱਚ ਰਹਿ ਰਹੇ ਨੇ। ਤੇ ਗੁਰੂ ਦੇ ਪਿਆਰਿਓ, ਜਦੋਂ ਨਾ ਰਾਜਾ ਆਇਆ, ਕੀ ਦੇਖਦਾ ਹੈ ਕਿ ਭਗਤ ਰਵਿਦਾਸ ਜੀ ਨਾ ਆਪਣੀ ਕਾਰ ਕਰ ਰਹੇ ਹਨ, ਛੰਨ ਦੇ ਵਿੱਚ ਬੈਠੇ ਹੋਏ ਨੇ, ਕੋਈ ਸੇਵਾਦਾਰ ਨਹੀਂ। ਜਦੋਂ ਦੇਖਿਆ, ਉਸ ਰਾਜੇ ਨੇ ਆਕਰ ਭਗਤ ਰਵਿਦਾਸ ਜੀ ਦੇ ਚਰਨਾਂ ਦੇ ਉੱਪਰ ਨਾ ਮੱਥਾ ਟੇਕਿਆ, ਨਮਸਕਾਰ ਕੀਤੀ। ਤੇ ਜਦੋਂ ਨਮਸਕਾਰ ਕੀਤੀ, ਨਮਸਕਾਰ ਕਰਕੇ ਆਖਣ ਲੱਗਾ ਕਿ ਰਵਿਦਾਸ ਜੀ, ਮੈਨੂੰ ਨਾ ਉਸ ਪਰਮਾਤਮਾ ਦੇ ਦਰਸ਼ਨ ਕਰਾ ਦਿਓ, ਉਸ ਖੁਦਾ ਦੇ ਨਾਲ ਮਿਲਾ ਦਿਓ, ਰੱਬ ਦੇ ਨਾਲ ਮਿਲਾ ਦਿਓ। ਜਦੋਂ ਇਹ ਬਚਨ ਕਹੇ ਨਾ, ਤਾਂ ਭਗਤ ਰਵਿਦਾਸ ਜੀ ਨੇ ਆਪਣੀ ਰਸਨਾ ਤੋਂ ਬੜੇ ਪਿਆਰੇ ਬੋਲ ਆਖੇ। ਆਖਣ ਲੱਗੇ ਕਿ ਰਾਜਨ, ਖੁਦਾ ਨੂੰ, ਪਰਮਾਤਮਾ ਨੂੰ ਹੁਣੇ ਹੀ ਮਿਲਣਾ ਹੈ। ਜਦੋਂ ਇਹ ਬਚਨ ਆਖੇ ਨਾ ਆਪਣੀ ਰਸਨਾ ਤੋਂ ਭਗਤ ਰਵਿਦਾਸ ਜੀ ਨੇ ਬੜੇ ਪਿਆਰੇ ਬੋਲ, ਤੇ ਰਾਜਾ ਆਖਣ ਲੱਗਾ ਕਿ ਐਨੀ ਛੇਤੀ ਵੀ ਰੱਬ ਮਿਲ ਸਕਦਾ ਹੈ, ਉਸ ਖੁਦਾ ਦੇ ਦਰਸ਼ਨ ਹੋ ਸਕਦੇ ਨੇ। ਤੇ ਭਗਤ ਰਵਿਦਾਸ ਜੀ ਆਖਣ ਲੱਗੇ ਕਿ ਹੋ ਸਕਦੇ ਹਨ। ਤੇ ਗੁਰੂ ਦੇ ਪਿਆਰ ਵਾਲਿਓ, ਰਾਜੇ ਨੇ ਆਖਿਆ ਕਿ ਭਗਤ ਰਵਿਦਾਸ ਜੀ, ਮੈਨੂੰ ਨਾ ਦਰਸ਼ਨ ਕਰਾ ਦਿਓ। ਤੇ ਗੁਰੂ ਦੇ ਪਿਆਰਿਓ, ਭਗਤ ਰਵਿਦਾਸ ਜੀ ਜਿਸ ਮਿੱਟੀ ਦੇ ਬਰਤਨ ਦੇ ਵਿੱਚ ਨਾ ਜਲ ਦੇ ਵਿੱਚ ਛਿਪਰਾਂ ਪਾਈਆਂ ਜਾਂਦੀਆਂ ਨੇ, ਚਮੜੇ ਨੂੰ ਭਿਆ ਜਾਂਦਾ ਏ, ਉਸ ਮਿੱਟੀ ਦੇ ਬਰਤਨ ਦੇ ਵਿੱਚੋਂ ਨਾ ਭਗਤ ਰਵਿਦਾਸ ਜੀ ਨੇ ਆਪਣੇ ਪਾਵਨ ਪਵਿੱਤਰ ਹੱਥਾਂ ਦੇ ਨਾਲ ਜਲ ਨੂੰ ਲਿਆ ਅਤੇ ਰਾਜੇ ਨੂੰ ਆਖਿਆ ਕਿ ਰਾਜਨ, ਹੱਥ ਕਰੋ ਤੇ ਇਸ ਜਲ ਨੂੰ ਛਕੋ। ਜਦੋਂ ਜਲ ਲਿਆ, ਰਾਜੇ ਦੇ ਮਨ ਦੇ ਵਿੱਚ ਘਿਰਣਾ ਆ ਗਈ ਕਿ ਮਨਾ, ਮੈਂ ਐਡੀ ਦੂਰੋਂ ਚੱਲ ਕੇ ਆਇਆ ਹਾਂ, ਰੱਬ ਦੇ ਦਰਸ਼ਨ ਕਰਨੇ ਨੇ, ਖੁਦਾ ਦੇ ਦਰਸ਼ਨ ਕਰਨੇ ਹਨ, ਤੇ ਇਹ ਤੇ ਮੈਨੂੰ ਗੰਦਾ ਪਾਣੀ ਪਿਲਾ ਰਹੇ ਹਨ। ਗੁਰੂ ਪਿਆਰਿਓ, ਮਨ ਦੇ ਵਿੱਚ ਜਦੋਂ ਸ਼ੰਕਾ ਆ ਜਾਵੇ ਨਾ, ਤੇ ਗੁਰੂ ਉਹ ਹੈ ਜਿਹੜੇ ਆਪਣੇ ਸੇਵਕਾਂ ਦੀ ਸ਼ੰਕਾ ਨੂੰ ਦੂਰ ਕਰਦਾ ਹੈ। ਭਗਤ ਰਵਿਦਾਸ ਜੀ ਨਾ ਦੇਖੋ ਕਿਸ ਤਰ੍ਹਾਂ ਇਸ ਰਾਜੇ ਦੀ ਸ਼ੰਕਾ ਨੂੰ ਦੂਰ ਕਰਦੇ ਨੇ, ਕਿਉਂਕਿ ਮਨ ਦੇ ਵਿੱਚ ਤਰੇੜ ਪੈ ਗਈ ਹੈ। ਮਨ ਸਾਡਾ ਹੋਵੇ ਉਸ ਪਰਮਾਤਮਾ ਦੇ ਨਾਲ, ਤਾਂ ਗੁਰੂ ਦੇ ਪਿਆਰਿਓ, ਪਾਤਸ਼ਾਹ ਜੀ ਆਪ ਅਪਾਰ ਕਿਰਪਾ ਕਰ ਦਿੰਦੇ ਹਨ। ਭਗਤ ਰਵਿਦਾਸ ਜੀ ਨੇ ਆਪਣੇ ਪਾਵਨ ਪਵਿੱਤਰ ਹੱਥਾਂ ਦੇ ਨਾਲ ਜਲ ਲਿਆ ਤੇ ਰਾਜੇ ਨੂੰ ਆਖਿਆ ਕਿ ਰਾਜਨ, ਆਪਣੇ ਹੱਥ ਕਰੋ ਤੇ ਇਸ ਜਲ ਨੂੰ ਨਾ ਛਕੋ। ਤੇ ਗੁਰੂ ਦੇ ਪਿਆਰਿਓ, ਜਦੋਂ ਰਾਜੇ ਨੇ ਹੱਥ ਇਸ ਤਰ੍ਹਾਂ ਕੀਤੇ ਦੋਵੇਂ, ਭਗਤ ਰਵਿਦਾਸ ਜੀ ਨੇ ਜਲ ਨੂੰ ਹੱਥਾਂ ਦੇ ਵਿੱਚ ਪਾਇਆ
ਤੇ ਰਾਜੇ ਨੇ ਨਾ ਉਹ ਜਲ ਛਕਿਆ ਨਹੀਂ। ਇਸ ਤਰ੍ਹਾਂ ਆਪਣੇ ਮੂੰਹ ਦੇ ਕੋਲ, ਰਸਨਾ ਦੇ ਕੋਲ ਜਾ ਕੇ ਸਾਰਾ ਜਲ ਇਸ ਤਰ੍ਹਾਂ ਕੂਹਣੀਆਂ ਦੇ ਨਾਲ ਹੇਠਾਂ ਡੋਲ ਦਿੱਤਾ। ਉਹ ਜਲ ਸਾਰਾ ਕੱਪੜਿਆਂ ਦੇ ਪੈ ਗਿਆ, ਰਾਜੇ ਦੇ ਬਸਤਰਾਂ ਤੇ। ਜਦੋਂ ਜਲ ਸਾਰਾ ਬਸਤਰਾਂ ਤੇ ਪੈ ਗਿਆ, ਭਗਤ ਰਵਿਦਾਸ ਜੀ ਜਾਣਦੇ ਨੇ, ਕਿਉਂਕਿ ਉਹ ਸਾਡੇ ਦਿਲਾਂ ਦੀਆਂ ਜਾਣਨ ਵਾਲੇ ਨੇ। ਕੋਈ ਗੁਰੂ ਦੇ ਪਿਆਰ ਵਾਲੇ, ਉਹ ਪਿਆਰ ਕਰਕੇ ਦੇਖੇ ਸਤਿਗੁਰਾਂ ਦੇ ਨਾਲ, ਸਤਿਗੁਰਾਂ ਦੇ ਉੱਪਰ ਸ਼ਰਧਾ ਕਰਕੇ ਦੇਖੇ, ਮੇਰੇ ਪਾਤਸ਼ਾਹ ਜੀ ਤਾਂ ਸਾਡੀ ਸ਼ੰਕਾ ਵੀ ਦੂਰ ਕਰਦੇ ਨੇ, ਸਾਡੇ ਮਨ ਦੀਆਂ ਤਰੇੜਾਂ ਨੂੰ ਵੀ ਦੂਰ ਕਰ ਦਿੰਦੇ ਹਨ। ਉਹ ਰਾਜੇ ਨੇ ਜਲ ਛਕਿਆ ਨਹੀਂ, ਸਾਰਾ ਜਲ ਆਪਣੇ ਬਸਤਰਾਂ ਦੇ ਉੱਪਰ ਡੋਲ ਲਿਆ। ਤੇ ਜਦੋਂ ਨਾ ਜਲ ਛਕਿਆ ਨਹੀਂ, ਬਸਤਰਾਂ ਦੇ ਉੱਪਰ ਸਾਰਾ ਜਲ ਪਾਇਆ, ਤੇ ਫਿਰ ਉਹ ਰਾਜਨ ਨੇ ਕੀ ਕੀਤਾ ਕਿ ਭਗਤ ਰਵਿਦਾਸ ਜੀ ਨੂੰ ਨਮਸਕਾਰ ਕੀਤੀ ਔਰ ਚੱਲ ਪਿਆ ਵਾਪਸ ਚਿਤੌੜਗੜ੍ਹ ਨੂੰ। ਤੇ ਰਸਤੇ ਦੇ ਵਿੱਚ ਜਾਂਦਾ ਹੋਇਆ, ਕਿਉਂਕਿ ਭਗਤ ਰਵਿਦਾਸ ਜੀ ਨੂੰ ਨਮਸਕਾਰ ਕੀਤੀ ਏ, ਭਗਤ ਰਵਿਦਾਸ ਜੀ ਨਾ ਆਪਣੀ ਰਸਨਾ ਤੋਂ ਕੁਝ ਬੋਲੇ ਨਹੀਂ, ਕੋਈ ਬਚਨ ਨਹੀਂ ਕੀਤਾ। ਉਹ ਰਾਜਾ ਜਾ ਰਿਹਾ ਹੈ ਚਿਤੌੜਗੜ੍ਹ, ਮਨ ਦੇ ਵਿੱਚ ਵਿਚਾਰਾਂ ਕਰਦਾ ਹੈ ਕਿ ਮਨਾ ਰੱਬ ਨੂੰ ਮਿਲਣ ਚੱਲੇ ਸੀ, ਰੱਬ ਨੂੰ ਪਾਉਣ ਵਾਸਤੇ ਚੱਲੇ ਸੀ, ਪਰ ਭਗਤ ਰਵਿਦਾਸ ਜੀ ਨੇ ਤਾਂ ਚਮੜੇ ਵਾਲਾ ਜਲ, ਜੋ ਪਾਣੀ ਸੀ ਮਿੱਟੀ ਦੇ ਬਰਤਨ ਵਿੱਚ, ਉਹ ਪਿਲਾ ਦਿੱਤਾ ਹੈ। ਚੰਗਾ ਹੋਇਆ ਕਿ ਉਹ ਜਲ ਪੀਤਾ ਨਹੀਂ, ਆਪਣੇ ਬਸਤਰਾਂ ਤੇ ਪਾ ਲਿਆ ਹੈ। ਤੇ ਇਤਿਹਾਸ ਦੱਸਦਾ ਹੈ ਗੁਰੂ ਦੇ ਪਿਆਰ ਵਾਲਿਓ, ਭਗਤ ਮਾਲ ਦੇ ਵਿੱਚ ਲਿਖਿਆ ਹੈ ਕਿ ਜਦੋਂ ਨਾ ਉਹ ਰਾਜਾ ਚਿਤੌੜਗੜ੍ਹ ਆਪਣੀ ਰਿਆਸਤ ਦੇ ਵਿੱਚ ਪਹੁੰਚਦਾ ਏ, ਔਰ ਰਿਆਸਤ ਦੇ ਵਿੱਚ ਪਹੁੰਚਦੇ ਸਾਰ ਉਸਨੇ ਆਪਣੇ ਬਸਤਰ ਉਤਾਰ ਦਿੱਤੇ, ਦੂਸਰੇ ਬਸਤਰ ਪਹਿਨੇ। ਉਹ ਬਸਤਰ ਉਤਾਰ ਕੇ ਆਖਿਆ ਕਿ ਇਹ ਬਸਤਰ ਨਾ ਧੋਬੀ ਨੂੰ ਦੇ ਦਿੱਤੇ ਜਾਣ। ਤੇ ਗੁਰੂ ਪਿਆਰ ਵਾਲੇ ਧੋਬੀ ਆਇਆ, ਉਹ ਬਸਤਰ ਲੈ ਗਿਆ। ਜਦੋਂ ਆਪਣੇ ਘਰ ਦੇ ਵਿੱਚ ਉਹ ਬਸਤਰ ਲੈ ਕੇ ਜਾਂਦਾ ਹੈ, ਆਪਣੀ ਘਰ ਵਾਲੀ ਨੂੰ ਆਖਦਾ ਹੈ ਕਿ ਕਰਮਾਂ ਵਾਲੀਏ, ਇਹ ਬਸਤਰ ਨਾ ਧੋ ਕੇ ਤੇ ਬੜੇ ਪਿਆਰ ਦੇ ਨਾਲ ਇਹਨਾਂ ਦੀ ਤਹਿ ਲਗਾ ਕੇ ਰੱਖ ਦੇ, ਰਾਜੇ ਨੇ ਆਪਾਂ ਨੂੰ ਦਿੱਤੇ ਹਨ, ਕਿਤੇ ਨਾ ਵਿਆਹ ਸ਼ਾਦੀ ਤੇ ਪਾ ਲਿਆ ਕਰਾਂਗੇ। ਤੇ ਗੁਰੂ ਦੇ ਪਿਆਰ ਵਾਲਿਓ, ਅਪਾਰ ਕਿਰਪਾ ਭਗਤ ਰਵਿਦਾਸ ਜੀ ਦੀ, ਜਦੋਂ ਨਾ ਧੋਬੀ ਦੀ ਘਰ ਵਾਲੀ ਉਹ ਰਾਜੇ ਦੇ ਬਸਤਰ ਧੋ ਰਹੀ ਹੈ, ਉਹਨਾਂ ਬਸਤਰਾਂ ਦੇ ਵਿੱਚੋਂ ਐਸੀ ਸੁਗੰਧੀ ਆਈ ਕਿ ਮਨ, ਤਨ, ਸੁਰਤ ਉਸ ਪਰਮਾਤਮਾ ਦੇ ਨਾਲ ਜੁੜ ਗਈ। ਜਦੋਂ ਸੁਰਤ ਉਸ ਪਰਮਾਤਮਾ ਦੇ ਨਾਲ ਜੁੜੀ, ਉਹਨਾਂ ਬਸਤਰਾਂ ਨੂੰ ਧੋਂਦਿਆਂ ਧੋਂਦਿਆਂ, ਕਿਉਂਕਿ ਜਲ ਪਿਆ ਸੀ ਉਹਨਾਂ ਬਸਤਰਾਂ ਦੇ ਉੱਪਰ, ਤੇ ਦੱਸਦੇ ਹਨ ਕਿ ਧੋਬੀ ਦੀ ਘਰ ਵਾਲੀ ਨੂੰ ਨਾ ਗਿਆਨ ਹੋ ਗਿਆ, ਤੇ ਚਿਤੌੜਗੜ੍ਹ ਰਿਆਸਤ ਦੇ ਵਿੱਚ ਰੌਲਾ ਪੈ ਗਿਆ ਕਿ ਧੋਬੀ ਦੀ ਘਰ ਵਾਲੀ ਜੋ ਵੀ ਕਹਿੰਦੀ ਹੈ ਨਾ, ਉਹ ਬਚਨ ਸੱਤ ਹੋ ਜਾਂਦਾ ਹੈ। ਇਸ ਗੱਲ ਦਾ ਪਤਾ ਰਾਜੇ ਨੂੰ ਲੱਗਦਾ ਏ, ਤੇ ਗੁਰੂ ਦੇ ਪਿਆਰ ਵਾਲੇ, ਉਹ ਰਾਜਾ ਨਾ ਮੁੜ ਕੇ ਧੋਬੀ ਦੇ ਘਰ ਜਾਂਦਾ ਏ, ਤੇ ਘਰ ਵਾਲੀ ਨੂੰ, ਧੋਬੀ ਦੀ ਘਰ ਵਾਲੀ ਨੂੰ ਆਖਦਾ ਹੈ ਕਿ ਇਹ ਗਿਆਨ ਤੈਨੂੰ ਕਿੱਥੋਂ ਪ੍ਰਾਪਤ ਹੋਇਆ ਏ, ਕਿਉਂਕਿ ਲੋਕ ਆਖਦੇ ਨੇ, ਮੇਰੀ ਪ੍ਰਜਾ ਆਖ ਰਹੀ ਏ ਕਿ ਧੋਬੀ ਦੀ ਘਰ ਵਾਲੀ ਜੋ ਵੀ ਕਹਿ ਦੇਵੇ ਉਹ ਸੱਤ ਹੋ ਜਾਂਦਾ ਹੈ, ਇਹ ਗਿਆਨ ਤੈਨੂੰ ਕਿੱਥੋਂ ਮਿਲਿਆ ਏ, ਮੈਨੂੰ ਵੀ ਇਸ ਗਿਆਨ ਦੀ ਨਾ ਪ੍ਰਾਪਤੀ ਕਰਵਾ। ਤੇ ਗੁਰੂ ਦੇ ਪਿਆਰ ਵਾਲਿਓ, ਧੋਬੀ ਦੀ ਘਰ ਵਾਲੀ ਆਖਣ ਲੱਗੀ ਕਿ ਰਾਜਨ, ਇਹ ਗਿਆਨ ਮੈਨੂੰ ਕਿਤੋਂ ਨਹੀਂ ਮਿਲਿਆ, ਇਹ ਜਿਹੜੇ ਬਸਤਰ ਤੂੰ ਸਾਨੂੰ ਦਿੱਤੇ ਸਨ ਨਾ, ਉਹ ਬਸਤਰ ਜਦੋਂ ਮੈਂ ਧੋਤੇ ਬੜੇ ਪਿਆਰ ਦੇ ਨਾਲ, ਉਹਨਾਂ ਬਸਤਰਾਂ ਦੇ ਵਿੱਚੋਂ ਐਸੀ ਸੁਗੰਧੀ ਆਈ ਕਿ ਮਨ ਦੀਆਂ ਸਾਰੀਆਂ ਵਾਸ਼ਨਾਵਾਂ ਖਤਮ ਹੋ ਗਈਆਂ, ਮਨ ਪਵਿੱਤਰ ਹੋ ਗਿਆ, ਤੇ ਸੁਰਤ ਉਸ ਪਰਮਾਤਮਾ ਦੇ ਨਾਲ ਜੁੜ ਗਈ। ਇਹ ਗਿਆਨ ਰਾਜਨ ਤੈਨੂੰ ਮਿਲਣਾ ਸੀ, ਇਹ ਤੇਰੇ ਕਰਮਾਂ ਦੇ ਵਿੱਚ ਨਹੀਂ ਸੀ, ਇਸ ਕਰਕੇ ਇਹ ਮੈਨੂੰ ਮਿਲ ਗਿਆ ਹੈ। ਰਾਜੇ ਨੂੰ ਪਤਾ ਲੱਗਾ, ਤੇ ਗੁਰੂ ਦੇ ਪਿਆਰ ਵਾਲੇ, ਉਹ ਰਾਜਾ ਨਾ ਫਿਰ ਵਾਪਸ ਚਿਤੌੜਗੜ੍ਹ ਤੋਂ ਕਾਸ਼ੀ ਜਾਂਦਾ ਏ। ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਕੋਲ ਜਦੋਂ ਜਾਂਦਾ ਏ ਨਾ,
ਤੇ ਜਾकर ਨਮਸਕਾਰ ਕੀਤੀ ਭਗਤ ਰਵਿਦਾਸ ਜੀ ਨੂੰ, ਕਿਉਂਕਿ ਸੁਰਤ ਉਸ ਪਰਮਾਤਮਾ ਦੇ ਨਾਲ ਜੁੜੀਏ ਕਾਰ ਕਰਦੇ ਹਨ। ਤੇ ਜਦੋਂ ਜਾकर ਰਾਜੇ ਨੇ ਨਮਸਕਾਰ ਕੀਤੀ, ਆਖਣ ਲੱਗੇ ਕਿ ਭਗਤ ਰਵਿਦਾਸ ਜੀ ਮੈਨੂੰ ਨਾ ਉਸ ਪਰਮਾਤਮਾ ਦਾ ਗਿਆਨ ਕਰਵਾ ਦਿਓ, ਉਸ ਪਰਮਾਤਮਾ ਦੇ ਨਾਲ ਮਿਲਾ ਦਿਓ। ਜਦੋਂ ਇਹ ਬਚਨ ਕਹੇ, ਭਗਤ ਰਵਿਦਾਸ ਜੀ ਨਾ ਆਪਣੀ ਰਸਨਾ ਤੋਂ ਬੋਲੇ ਨਹੀਂ, ਕੋਈ ਬਚਨ ਨਹੀਂ ਆਖਿਆ ਭਗਤ ਰਵਿਦਾਸ ਜੀ ਨੇ। ਤੇ ਰਾਜਾ ਆਖਣ ਲੱਗਾ ਕਿ ਭਗਤ ਜੀ ਕਿਰਪਾ ਕਰ ਦਿਓ, ਉਸ ਮਿੱਟੀ ਦੇ ਭਾਂਡੇ ਦੇ ਵਿੱਚੋਂ ਮੈਨੂੰ ਜਲ ਛਕਾ ਦਿਓ। ਜਦੋਂ ਇਹ ਬਚਨ ਆਖੇ ਨਾ, ਤੇ ਮੇਰੇ ਭਗਤ ਰਵਿਦਾਸ ਜੀ ਪਿਆਰ ਦੇ ਵਿੱਚ ਆਏ, ਆਪਣੀ ਰਸਨਾ ਤੋਂ ਬਚਨ ਉਚਾਰਨ ਕੀਤੇ। ਆਖਣ ਲੱਗੇ ਕਿ ਰਾਜਨ, ਇਹ ਹੁਣ ਤੈਨੂੰ ਨਾ ਆਪਣੀ ਕਮਾਈ ਆਪ ਕਰਨੀ ਪਵੇਗੀ, ਕਿਉਂਕਿ ਜੋ ਜਲ ਤੈਨੂੰ ਅਸੀਂ ਪਹਿਲਾਂ ਛਕਾਇਆ ਸੀ ਨਾ, ਉਹ ਤੈਨੂੰ ਅਸੀਂ ਆਪਣੀ ਕਮਾਈ ਦੇ ਵਿੱਚੋਂ ਦਿੱਤਾ ਸੀ। ਪਰ ਤੂੰ ਸ਼ੰਕਾ ਦੇ ਵਸ ਪੈ ਕੇ, ਘਿਰਣਾ ਦੇ ਵਸ ਪੈ ਕੇ ਉਸ ਜਲ ਨੂੰ ਆਪਣੇ ਬਸਤਰਾਂ ਤੇ ਪਾ ਲਿਆ। ਹੁਣ ਤੈਨੂੰ ਆਪਣੀ ਕਮਾਈ ਆਪ ਕਰਨੀ ਪਵੇਗੀ, ਹੁਣ ਅਸੀਂ ਕੁਛ ਨਹੀਂ ਕਰ ਸਕਦੇ। ਤੇ ਰਾਜਾ ਆਖਣ ਲੱਗਾ, ਭਗਤ ਰਵਿਦਾਸ ਜੀ ਕਿਰਪਾ ਕਰ ਦਿਓ, ਜਲ ਛਕਾ ਦਿਓ ਇਸ ਮਿੱਟੀ ਦੇ ਬਰਤਨ ਦੇ ਵਿੱਚੋਂ। ਪਰ ਗੁਰੂ ਦੇ ਪਿਆਰ ਵਾਲਿਓ, ਦੇਖੋ ਭਗਤ ਰਵਿਦਾਸ ਜੀ ਆਪਣੀ ਰਸਨਾ ਤੋਂ ਆਖਿਆ ਕਿ ਅਸੀਂ ਤੇ ਤੈਨੂੰ ਆਪਣੀ ਕਮਾਈ ਦਿੱਤੀ ਸੀ, ਪਰ ਉਹ ਤੇਰੇ ਭਾਗਾਂ ਦੇ ਵਿੱਚ ਨਹੀਂ ਸੀ, ਹੁਣ ਤੈਨੂੰ ਆਪ ਕਮਾਈ ਕਰਨੀ ਪਵੇਗੀ। ਤੇ ਗੁਰੂ ਦੇ ਪਿਆਰ ਵਾਲਿਓ, ਇਤਿਹਾਸ ਦੱਸਦਾ ਹੈ ਕਿ ਉਹ ਰਾਜਾ ਨਾ ਵਾਪਸ ਚਲਿਆ ਗਿਆ ਆਪਣੀ ਰਿਆਸਤ ਦੇ ਵਿੱਚ। ਭਗਤ ਰਵਿਦਾਸ ਜੀ ਨੂੰ ਨਮਸਕਾਰ ਕੀਤੀ, ਅਸੀਸਾਂ ਲਈਆਂ ਔਰ ਚਲਿਆ ਗਿਆ ਆਪਣੀ ਰਿਆਸਤ ਚਿਤੌੜਗੜ੍ਹ। ਔਰ ਜਾकर ਉਸ ਰਾਜੇ ਨੇ ਉਸ ਪਰਮਾਤਮਾ ਦੀ ਐਸੀ ਬੰਦਗੀ ਕੀਤੀ, ਉਸ ਪਰਮਾਤਮਾ ਨੂੰ ਯਾਦ ਕੀਤਾ, ਰੱਬ ਦੀ ਬੰਦਗੀ ਕੀਤੀ। ਤੇ ਇੱਕ ਦਿਨ ਐਸਾ ਆਇਆ ਕਿ ਉਸ ਰਾਜੇ ਨੂੰ ਪਰਮਾਤਮਾ ਦੇ ਖੁਦਾ ਦੇ ਦਰਸ਼ਨ ਹੋਏ। ਤੇ ਗੁਰੂ ਦੇ ਪਿਆਰ ਵਾਲਿਓ, ਉਹ ਰਾਜਾ ਨਾ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਭਗਤ ਪੀਪਾ ਜੀ ਦੇ ਨਾਮ ਦੇ ਨਾਲ ਮੇਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬਿਠਾ ਕੇ ਗਏ ਨੇ, ਆਪਣੇ ਬਰਾਬਰ ਦਾ ਦਰਜਾ ਦਿੱਤਾ ਹੈ। ਉਹ ਰਾਜਾ ਭਗਤ ਪੀਪਾ ਜੀ ਬਣੇ। ਤੇ ਜਿਨ੍ਹਾਂ ਦੇ ਪਾਵਨ ਪਵਿੱਤਰ ਬਚਨ ਭਗਤ ਪੀਪਾ ਜੀ ਦੇ ਮੇਰੇ ਪਾਤਸ਼ਾਹ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਦਰਜ ਕੀਤੇ ਹਨ। ਸੋ ਗੁਰੂ ਦੇ ਪਿਆਰ ਵਾਲਿਓ, ਐਸੀ ਕਿਰਪਾ ਹੈ ਭਗਤ ਰਵਿਦਾਸ ਜੀ ਦੀ, ਐਸੀ ਵਡਿਆਈ ਹੈ। ਕੋਈ ਮਨ ਕਰਕੇ ਯਾਦ ਕਰ ਲਵੇ ਆਪਣੇ ਸਤਿਗੁਰੂ ਨੂੰ, ਤੇ ਮੇਰੇ ਪਾਤਸ਼ਾਹ ਜੀ ਆਪ ਪ੍ਰਤੱਖ ਦਰਸ਼ਨ ਦਿੰਦੇ ਹਨ। ਮੇਰੇ ਸਤਿਗੁਰਾਂ ਨੇ ਲਿਖ ਕੇ ਦਿੱਤਾ ਹੈ ਨਾ ਗੁਰਬਾਣੀ ਦੇ ਵਿੱਚ। ਆਓ ਸਾਰੀ ਸੰਗਤ ਬੜੇ ਪਿਆਰ ਦੇ ਨਾਲ ਯਾਦ ਕਰੀਏ ਤੇ ਸੁਰਤ ਜੋੜੀਏ, ਸਾਡੀ ਹਾਜ਼ਰੀ ਲੱਗ ਜਾਵੇ ਭਗਤ ਰਵਿਦਾਸ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ। ਸਾਰੀ ਸੰਗਤ ਪਿਆਰ ਦੇ ਵਿੱਚ ਆਖੋ, ਬਹੁਤ ਜਨਮ ਬਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬਹੁਤ ਜਨਮ ਬਿਸਰੇ ਥੇ ਮਾਧੋ, ਬਹੁਤ ਜਨਮ ਬਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ, ਚਿਰ ਭਇਓ ਦਰਸ਼ਨ ਦੇਖੇ, ਚਿਰ ਭਇਓ ਦਰਸ਼ਨ ਦੇਖੇ, ਚਿਰ ਭਇਓ ਦਰਸ਼ਨ ਦੇਖੇ। ਬਹੁਤ ਜਨਮ ਬਿਸਰੇ ਥੇ ਮਾਧੋ, ਬਹੁਤ ਜਨਮ ਬਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ,
एह जन्म तुम्हारे लेखे, एह जन्म तुम्हारे लेखे, एह जन्म तुम्हारे लेखे। कह रविदास आस लग जीवो, कह रविदास आस लग जीवो। चिर भयो दर्शन देखे, चिर भयो दर्शन देखे, चिर भयो दर्शन देखे, चिर भयो दर्शन देखे। सतगुरु जी कृपा करन। भगत रविदास जी श्रोमणी भगत, जिन्हां दे जीवन दा इतिहास गुर इतिहास सरवण कराउंदियां होइयां बेअंत पुल्लां हो जांदियां ने। गुरु दे प्यार वालिओ, आपां अधूरे हां, आपां अपने इन्हां पूरियां दी जो जीवन दी विचार है ये नहीं कर सकते, पर सतगुरु जी कृपा करते ने। ते जे अपार कृपा कर देन तां सिर दे उपर अपना हथ रख के अपनी विचार भी करवा लेंदे हन। गुर इतिहास भगत रविदास जी महाराज, जिन्हां दे जीवन दे विचों गुरु दे प्यार वालिओ अज आपां विचार कीती है। यही अरदास करियो कि सतगुरु जी कृपा करनी कि जिस तरह धन धन सतगुरु श्री गुरु रविदास महाराज जी नूं प्रतख रूप विच दर्शन दिते, इसे ही तरह साडे उपर भी कृपा कर देनी। होइयां बेअंत भुल्लां दी खिमा सतगुरु जी कृपा करन। गज के फतेह बुलाओ। वाहिगुरु जी का खालसा, वाहिगुरु जी की फतेह।